Hello everyone, welcome to Victor's Knowledge. This is Chinu Sharma, and today in this lecture we are going to take up next part from our already ongoing important series on MCQs on national as well as international award. So ਇਹਦੇ ਦੋ parts ਨੇ ਤੇ part 1 ਦੇ ਅੰਦਰ ਆਪਾਂ ਡਿਸਕਸ ਕੀਤੇ ਸੀ national awards. So ਅੱਜ ਇਸ lecture ਅੰਦਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ international award. So now starting with our first important question, ਆਪਾਂ 29 question national awards ਦੇ ਅੰਦਰ part 1 ਦੇ ਅੰਦਰ ਡਿਸਕਸ ਕਰ ਚੁੱਕੇ ਹਾਂ। ਸੋ ਹੁਣ part 2 30th question ਤੋਂ ਸਟਾਰਟ ਹੋ ਰਿਹਾ ਹੈ। ਪਹਿਲਾ question ਹੈ, ਦੋ statements ਨੇ, ਆਪਾਂ ਨੇ ਦੱਸਣਾ ਹੈ ਕਿ ਕਿਹੜੀ statement ਸਹੀ ਹੈ। First statement ਗੱਲ ਕਰ ਰਹੀ ਹੈ Lady Tata Memorial Trust. So the Lady Tata Memorial Trust was established by Sir Dorabji Tata. ਇਸ ਟਰਸਟ ਨੂੰ 1932 ਅਪ੍ਰੈਲ ਵਿੱਚ ਸਰ ਦੌਰਬ ਜੀ ਟਾਟਾ ਨੇ ਇਸਟੈਬਲਿਸ਼ ਕੀਤਾ ਸੀ ਆਪਣੀ ਵਾਈਫ ਦੀ ਯਾਦ ਵਿੱਚ ਜਿਨ੍ਹਾਂ ਦਾ ਨਾਮ ਸੀ ਲੇਡੀ ਮੇਹਰਬਾਈ। ਸੈਕੰਡ ਸਟੇਟਮੈਂਟ ਹੈ ਜਿਹੜੇ ਅਵਾਰਡਸ ਨੇ ਉਹ ਕਿਹੜੀ ਚੀਜ਼ ਲਈ ਮਿਲਦੇ ਨੇ। ਸੋ ਇਹ ਜਿਹੜੀ ਟਰਸਟ ਦੇ ਦੁਆਰਾ ਅਵਾਰਡ ਦਿੱਤੇ ਜਾਂਦੇ ਨੇ ਉਹ ਰਿਸਟ੍ਰਿਕਟਡ ਨੇ ਟੂ ਸਟੱਡੀਜ਼ ਆਫ leukemogenic agent, epidemiology, pathogenesis, immunology, genetic basis of leukemia and related diseases. ਸੋ ਬੇਸਿਕਲੀ ਜੇ ਆਪਾਂ ਦੇਖੀਏ ਤਾਂ ਮੇਨਲੀ ਡਿਸੀਜ਼ ਤੇ ਉਹਨਾਂ ਦੇ ਕਾਜ਼ਿੰਗ ਏਜੰਟਸ ਦੀ ਰਿਸਰਚ ਸਟੱਡੀ ਨੂੰ ਲੈ ਕੇ ਅਵਾਰਡਸ ਦਿੱਤੇ ਜਾ ਰਹੇ ਨੇ। ਸੋ ਇਹ ਦੋਨੋਂ ਸਟੇਟਮੈਂਟ ਹੀ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ both 1 and 2. Moving further, next question 31st. Consider the following statement. First statement ਗੱਲ ਕਰ ਰਹੀ ਹੈ VK Krishna Menon Foundation ਦੀ। So VK Krishna Menon Foundation is based in ਨਿਊ ਦਿੱਲੀ। ਦਿਸ ਸਟੇਟਮੈਂਟ ਇਜ਼ ਰੋਂਗ, ਇਹ ਨਿਊ ਦਿੱਲੀ ਵਿੱਚ ਨਹੀਂ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਸਭ ਤੋਂ ਪਹਿਲੇ ਰੈਸੀਪੀਐਂਟ ਸੀ ਇਸ ਅਵਾਰਡ ਨੂੰ ਹਾਸਿਲ ਕਰਨ ਵਾਲੇ ਚੀਫ ਜਸਟਿਸ ਆਫ ਇੰਡੀਆ KG ਬਾਲਾਕ੍ਰਿਸ਼ਨਨ। ਸੋ ਸੈਕਿੰਡ ਸਟੇਟਮੈਂਟ ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ B 2 ਓਨਲੀ। ਜਿਹੜੀ ਫਰਸਟ ਸਟੇਟਮੈਂਟ ਹੈ ਉਹਦੇ ਨਿਊ ਦਿੱਲੀ ਦੀ ਬਜਾਏ ਰਾਈਟ ਵਰਡ ਵੀ ਲੰਡਨ। ਸੋ ਜਿਹੜੀ VK ਕ੍ਰਿਸ਼ਨ ਮੈਨਨ ਫਾਊਂਡੇਸ਼ਨ ਹੈ ਇਹ ਲੰਡਨ ਬੇਸਡ ਫਾਊਂਡੇਸ਼ਨ ਹੈ। ਸੋ ਇਹ ਤੁਹਾਨੂੰ ਅਲੱਗ ਤੋਂ ਫੈਕਟ ਪਤਾ ਹੋਣਾ ਚਾਹੀਦਾ ਹੈ। Next is consider the following statement. Nobel Prize Physics, Chemistry, Physiology, Literature awarded in Oslo, Norway. Nobel Peace Prize ਪੀਸ ਪ੍ਰਾਈਜ਼ ਤੇ ਜਿਹੜੇ ਬਾਕੀ ਪ੍ਰਾਈਜ਼ ਨੇ ਇਹ ਅਲੱਗ-ਅਲੱਗ ਜਗ੍ਹਾ ਉੱਤੇ ਦਿੱਤੇ ਜਾਂਦੇ ਨੇ। ਸੋ ਇਹ ਜਿਹੜੇ ਚਾਰ ਨੇ ਔਸਲੋ ਨਾਰਵੇ ਤੇ ਨੋਬਲ ਪੀਸ ਪ੍ਰਾਈਜ਼ ਦੀ ਜੇ ਗੱਲ ਕਰੀਏ ਤਾਂ ਇਹ ਅਵਾਰਡ ਕੀਤਾ ਜਾਂਦਾ ਹੈ ਦਿੱਤਾ ਜਾਂਦਾ ਹੈ ਸਟਾਕਹੋਮ ਸਵੀਡਨ। ਇਹ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦੇ ਨੇ ਕੁਐਸਚਨ। ਸੋ ਇਹ ਦੋਨੋਂ ਸਟੇਟਮੈਂਟ ਹੀ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ both 1 and 2. Next is Jawaharlal Nehru Award for International Understanding. ਇਹਦੀ ਫਾਊਂਡੇਸ਼ਨ ਹੋਈ ਸੀ 1965 ਵਿੱਚ। ਫਰਸਟ ਸਟੇਟਮੈਂਟ ਬਿਲਕੁਲ ਸਹੀ ਹੈ। ਨੈਕਸਟ ਸਟੇਟਮੈਂਟ ਕਹਿ ਰਹੀ ਹੈ ਕਿ ਸਭ ਤੋਂ ਪਹਿਲੇ ਪਰਸਨ ਜਿਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਅਵਾਰਡ ਮਿਲਿਆ ਸੀ ਇੰਟਰਨੈਸ਼ਨਲ ਅੰਡਰਸਟੈਂਡਿੰਗ ਦੇ ਲਈ ਉਹ ਸੀ ਮਦਰ ਟਰੇਸਾ। ਸੋ ਉਹਦੇ ਫਰਸਟ ਰੈਸੀਪੀਐਂਟ ਦਾ ਨਾਮ ਗਲਤ ਹੈ ਤੇ ਇਹ ਜਿਹੜੀ ਸਟੇਟਮੈਂਟ ਹੈ ਇਹ ਵੀ ਗਲਤ ਹੈ। ਇਸ ਕੁਐਸਚਨ ਦਾ ਰਾਈਟ ਆਨਸਰ ਹੈ 1 ਓਨਲੀ ਆਪਸ਼ਨ A। ਤੇ ਉਹਦੇ ਮਦਰ ਟੈਰੇਸਾ ਦੀ ਬਜਾਏ ਫਰਸਟ ਰੈਸੀਪੀਐਂਟ ਸੀ U Thant, and this is again very important question. Moving further, Indira Gandhi Prize for Peace Disarmament Development ਕੱਲੇ ਭਾਰਤੀਆਂ ਨੂੰ ਦਿੱਤਾ ਜਾਂਦਾ ਹੈ only to Indian. This statement is wrong. Next is UNICEF ਕੱਲੀ ਏਜੰਸੀ ਹੈ ਯੂਨਾਈਟਿਡ ਨੇਸ਼ਨ ਦੀ ਜਿਹਨੂੰ ਇਹ ਪ੍ਰਾਈਜ਼ ਮਿਲਿਆ ਹੈ ਇੰਦਰਾ ਗਾਂਧੀ ਪ੍ਰਾਈਜ਼ ਫॉर ਪੀਸ ਡਿਸਆਰਮਾਮੈਂਟ ਡਿਵੈਲਪਮੈਂਟ। ਸੋ ਇਹ ਸਟੇਟਮੈਂਟ ਵੀ ਗਲਤ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ D neither 1 nor 2. ਜਨਰਲੀ ਤੁਹਾਡੇ ਫਿਊਚਰ ਰੈਫਰੈਂਸ ਦੇ ਲਈ ਵੀ ਮੈਂ ਚੀਜ਼ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਦੋਂ ਵੀ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਆਉਂਦੇ ਨੇ ਤਾਂ 99% ਜਿੱਥੇ ਓਨਲੀ ਵਰਡ ਯੂਜ਼ ਹੋਵੇ ਉਹ ਸਟੇਟਮੈਂਟ ਗਲਤ ਹੁੰਦੀ ਹੈ ਕਿਉਂਕਿ ਉੱਥੇ ਕੀ ਹੈ ਤੁਹਾਨੂੰ ਇੱਕ ਸ਼ੋਰਿਟੀ ਦੇਤੀ। ਕਾਫੀ ਵਾਰੀ ਕੀ ਹੁੰਦਾ ਸਟੇਟਮੈਂਟ ਬੇਸਡ ਕੁਐਸਚਨ ਹੁੰਦੇ ਨੇ ਉਹ ਜਨਰਲ ਕਨਕਲੂਜਨਸ ਹੁੰਦੀਆਂ ਨੇ ਜਨਰਲ ਫੈਕਟਸ ਹੁੰਦੇ ਨੇ ਜੇ ਤੁਹਾਨੂੰ ਉੱਥੇ ਅਪਰੋਕਸੀਮੇਟਲੀ ਹੈ ਤਾਂ ਉਹ ਤੁਸੀਂ ਫਿਰ ਵੀ ਕਹਿ ਸਕਦੇ ਹੋ ਕਿ ਠੀਕ ਹੈ ਤੁਹਾਨੂੰ ਉੱਥੇ ਕੋਈ ਪੱਕਾ ਦਾਅਵਾ ਨਹੀਂ ਕੀਤਾ ਹੋਇਆ। ਸੋ ਜ਼ਿਆਦਾਤਰ ਇਹ ਦੇਖਿਆ ਗਿਆ 99% ਜਿਹੜੀ ਇਹ ਟ੍ਰਿਕ ਹੈ ਇਹ UPSC ਵਿੱਚ ਜਿਹੜੇ ਸਟੂਡੈਂਟਸ ਐਗਜ਼ਾਮ ਦਿੰਦੇ ਨੇ ਉਹਨਾਂ ਨੂੰ ਵੀ ਦੱਸੀ ਜਾਂਦੀ ਹੈ
ਓਨਲੀ ਵਾਲੀਆਂ ਸਟੇਟਮੈਂਟਸ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ। ਜੇ ਤੁਸੀਂ ਪੱਕਾ ਸ਼ੋਰ ਹੋ ਤਾਂ ਹੀ ਉਸ ਸਟੇਟਮੈਂਟ ਨੂੰ ਫੋਲੋ ਕਰੋ, ਅਦਰਵਾਈਜ਼ ਜਨਰਲੀ ਆਮ ਤੌਰ ਤੇ ਓਨਲੀ ਵਰਡ ਵਾਲੀਆਂ ਸਟੇਟਮੈਂਟ ਗਲਤ ਹੁੰਦੀਆਂ ਨੇ। Next is 35th question. Consider the following statement. Nobel Prize is sometimes given to outstanding person in related field posthumously. So ਉਹਨਾਂ ਦੀ ਡੈਥ ਤੋਂ ਬਾਅਦ ਉਰੇ ਹੁਣ word use ਹੋ ਗਿਆ sometimes. So ਇਹ statement ਗਲਤ ਹੈ। ਨੋਬਲ ਪ੍ਰਾਈਜ਼ ਜਿਹੜਾ ਫਿਜ਼ਿਕਸ, ਕੈਮਿਸਟਰੀ, ਫਿਜ਼ੀਓਲੋਜੀ, ਮੈਡੀਸਿਨ, ਲਿਟਰੇਚਰ, ਪੀਸ ਦਾ ਪਹਿਲੀ ਵਾਰੀ ਦਿੱਤਾ ਗਿਆ ਸੀ 1901 ਵਿੱਚ। This statement is absolutely correct. So right answer here is option B, 2 only. Consider the following statement. Miss World pageant is the oldest surviving major international beauty pageant. It was created in UK. Miss Universe is an annual international beauty contest that is run by Miss Universe organization ਤੇ ਇਹਦੀ ਫਾਊਂਡੇਸ਼ਨ ਹੋਈ 1953 ਕੈਲੀਫੋਰਨੀਆ। ਇਹ ਦੋਨੋਂ ਸਟੇਟਮੈਂਟ ਗਲਤ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ, neither one nor two. Next is very important question. You must carefully understand the statements and give your answer. So first is Kalinga Prize. Kalinga Prize is an award given by ਇਹਨੂੰ ਕੌਣ ਦਿੰਦਾ ਹੈ? UNESCO। ਕਿਸ ਚੀਜ਼ ਲਈ? Exceptional skill in presenting scientific ideas. Next, World Economic Forum ਦਿੰਦੀ ਹੈ Crystal Award. Third, Laureate Award is related to sports. So ਜਿਹੜੀਆਂ ਪਹਿਲੀਆਂ ਦੋ ਸਟੇਟਮੈਂਟ ਨੇ ਇਹ ਬਿਲਕੁਲ ਸਹੀ ਨੇ, ਥਰਡ ਸਟੇਟਮੈਂਟ ਗਲਤ ਹੈ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ A, 1 and 2 only. ਜਿਹੜਾ ਲੌਰੀਏਟ ਅਵਾਰਡ ਹੈ ਇਹ ਬੇਸਿਕਲੀ ਐਂਡੋਕ੍ਰਾਈਨੋਲੋਜਿਸਟ ਰਿਸਰਚ ਦੇ ਲਈ ਦਿੱਤਾ ਜਾਂਦਾ ਹੈ। ਸੋ ਇਸ ਲਈ ਜਿਹੜੀ ਥਰਡ ਸਟੇਟਮੈਂਟ ਹੈ ਇਹ ਗਲਤ ਹੋ ਜਾਂਦੀ ਹੈ। ਬਾਕੀ ਐਗਜ਼ਾਮ ਦੇ ਲਈ ਤੁਸੀਂ ਜਿਹੜਾ ਕਲਿੰਗਾ ਪ੍ਰਾਈਜ਼ ਹੈ ਇਹ ਜ਼ਰੂਰ ਯਾਦ ਕਰਕੇ ਜਾਣਾ ਹੈ ਕਿ ਇਹ ਅਵਾਰਡ ਯੂਨੈਸਕੋ ਦੇ ਦੁਆਰਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਬਾਰ-ਬਾਰ ਰਿਪੀਟ ਹੋਣ ਵਾਲੇ ਸਟੈਟਿਕ ਜੀਕੇ ਦੇ ਕੁਐਸਚਨ ਨੇ। ਸੋ ਨੈਕਸਟ ਹੈ ਮੈਚ ਦੀ ਫੋਲੋਇੰਗ। ਇੱਕ ਸਾਈਡ ਤੇ ਅਵਾਰਡ ਨੇ, ਦੂਜੀ ਸਾਈਡ ਤੇ ਉਹਨਾਂ ਦੇ ਏਰੀਆਜ਼ ਨੇ। ਪਹਿਲਾ ਹੈ ਕਲਿੰਗਾ ਅਵਾਰਡ, ਇਹ ਆਪਾਂ ਪਿਛਲੇ ਕੁਐਸਚਨ ਦੇ ਅੰਦਰ ਵੀ ਕਰਕੇ ਹਟਿਆ। ਸੋ ਕਲਿੰਗਾ ਅਵਾਰਡ ਇਹ ਮੈਚ ਕਰਦੀ ਹੈ ਆਪਸ਼ਨ A 1 ਦੇ ਨਾਲ, ਪੋਪੂਲਰਾਈਜੇਸ਼ਨ ਆਫ ਸਾਇੰਸ। ਨੈਕਸਟ ਇਜ਼ very important Baudelaire. Baudelaire is related to agriculture. Pulitzer Award. Pulitzer Award specially ਤੁਸੀਂ ਸਾਰੇ ਸਟੂਡੈਂਟਸ ਨੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਕੁਝ ਇਹੋ ਜਿਹੇ ਅਵਾਰਡ ਨੇ ਜੋ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਚੱਕ ਕੇ ਦੇਖਦੇ ਹੋ ਜੋ ਬਾਰ-ਬਾਰ ਰਿਪੀਟ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਅਵਾਰਡ ਹੈ ਪੁਲਿਟਜ਼ਰ। ਇਹਦੇ ਜੋ ਲੇਟੈਸਟ ਵਿਨਰ ਰਹਿੰਦੇ ਨੇ ਜਿਵੇਂ ਸਾਲ 2021-22 ਦੇ, ਉਹਨਾਂ ਦੇ ਨਾਮ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਕਿਉਂਕਿ ਇਹ ਇਹੋ ਜਿਹੇ ਕੁਐਸਚਨ ਨੇ ਜਿਹੜੇ ਤੁਸੀਂ 99% ਤੋਂ ਵੀ ਜ਼ਿਆਦਾ ਐਕਸਪੈਕਟ ਕਰ ਸਕਦੇ ਹੋ ਜੋ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦੇ ਹੀ ਹੁੰਦੇ ਨੇ। ਸੋ ਪੁਲਿਟਜ਼ਰ ਅਵਾਰਡ ਜਰਨਲਿਜ਼ਮ। ਹੁਣ ਉਰੇ ਆ ਰਿਹਾ ਲੌਰੀਏਟ ਵਰਲਡ ਸਪੋਰਟਸ ਅਵਾਰਡ। ਸੋ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਸਪੋਰਟਸ। ਸੋ ਆਪਸ਼ਨ A ਇਹਦਾ ਰਾਈਟ ਆਨਸਰ ਹੈ। ਨੈਕਸਟ ਅਗੇਨ very important, ਇਹ ਵੀ ਇਹੋ ਜਿਹੇ ਤਿੰਨ ਸਟੇਟਮੈਂਟ ਦੇ ਨਾਲ ਰਿਲੇਟਡ ਅਵਾਰਡਸ ਨੇ ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਨੇ ਤੇ ਇਹ ਅਲੱਗ ਤੋਂ ਤੁਹਾਨੂੰ ਉੱਥੇ ਆ ਸਕਦੇ ਨੇ। ਉਰੇ ਤਾਂ ਸਟੇਟਮੈਂਟ ਬੇਸ ਦੀ ਫਾਰਮ ਨੇ, ਉੱਥੇ ਤੁਹਾਨੂੰ ਇਹ ਸਿੰਪਲ MCQ ਦੀ ਫਾਰਮ ਵਿੱਚ ਸਿੰਪਲੀ ਕੰਟਰੀਜ਼ ਪੁੱਛੀਆਂ ਜਾ ਸਕਦੀਆਂ ਨੇ ਜਿੱਥੇ ਪ੍ਰੈਜ਼ੈਂਟ ਕੀਤੇ ਜਾਂਦੇ ਨੇ ਜਾਂ ਜਿਹੜੀ ਚੀਜ਼ ਦੇ ਲਈ। ਸੋ ਪਹਿਲਾ ਹੈ ਬਾਫਟਾ ਅਵਾਰਡ। ਫਰਸਟ ਸਟੇਟਮੈਂਟ ਕਹਿ ਰਹੀ ਹੈ ਇਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਬ੍ਰਿਟੇਨ ਵਿੱਚ। ਗੋਲਡਨ ਗਲੋਬ ਅਵਾਰਡ USA। ਇਹਨਾਂ ਦੇ ਜਿਹੜੇ ਲੇਟੈਸਟ ਵਿਨਰਸ ਨੇ ਤੁਸੀਂ ਉਹਨਾਂ ਦੇ ਨਾਮ 100% ਤਿਆਰ ਕਰਕੇ ਜਾਣੇ ਨੇ। ਪੈਲਮ ਡ'Or ਅਵਾਰਡ ਇਜ਼ ਪ੍ਰੈਜ਼ੈਂਟਡ ਇਨ ਫਰਾਂਸ। ਵੈਸੇ ਇਹ ਮੈਂ ਸਾਰੇ ਕਵਰ ਕਰਵਾਏ ਹੋਏ ਨੇ ਜਿਹੜੇ ਮੇਰੇ ਕਰੰਟ ਅਫੇਅਰ ਦੇ ਅਲੱਗ-ਅਲੱਗ ਮੰਥਲੀ ਸੈਸ਼ਨ ਨੇ, ਉਹਨਾਂ ਦੇ ਅੰਦਰ ਇਹ ਸਾਰੇ ਅਵਾਰਡਸ ਦੇ ਜੋ ਰੀਸੈਂਟ ਸਾਲ 2021-22 ਦੇ ਵਿਨਰਸ ਨੇ ਉਹਨਾਂ ਦੇ ਨਾਮ, ਉਹਨਾਂ ਦੀ ਸਾਰੀ ਡੀਟੇਲ। ਸੋ ਤੁਸੀਂ ਉਹ ਜਿਹੜੇ ਸੈਸ਼ਨਸ ਨੇ ਕਰੰਟ ਅਫੇਅਰ ਦੇ ਉਹਨਾਂ ਨੂੰ ਜ਼ਰੂਰ ਬਾਰ-ਬਾਰ ਦੇਖ ਕੇ ਜਾਓ, ਰਿਵਾਈਜ਼ ਕਰਕੇ ਜਾਓ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਨੇ, ਜਿੱਥੇ ਇਹਨਾਂ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਉਹ ਨਾਮ ਐਬਸੋਲੂਟਲੀ ਉਰੇ ਕਰੈਕਟਲੀ ਮੈਂਸ਼ਨ ਕੀਤੇ ਹੋਏ ਨੇ। ਸੋ ਰਾਈਟ ਆਨਸਰ ਹੈ ਆਪਸ਼ਨ D, all of the above. The correct field in which Ramon Magsaysay Award is given. So Ramon Magsaysay Award ਇਸ ਸਾਰੇ fields ਲਈ ਦਿੱਤਾ ਜਾਂਦਾ ਹੈ। Government service, public service, journalism, literature, creative communication art, emergent leadership. So option D ਇਹਦਾ right answer ਹੈ।
ਐਗਿਸ ਗ੍ਰੈਹਮ ਬੈਲ ਅਵਾਰਡ ਕਿਹੜੀ ਫੀਲਡ ਵਿੱਚ ਆਪਣੀ ਇਨੋਵੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਦਿੱਤਾ ਜਾਂਦਾ ਹੈ? ਸੋ ਇਹ ਦਿੱਤਾ ਜਾਂਦਾ ਹੈ ਇੰਟਰਨੈਟ, ਮੀਡੀਆ ਤੇ ਐਜੂਕੇਸ਼ਨ ਦੇ ਵਿੱਚ ਇਨੋਵੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ। ਸੋ ਰਾਈਟ ਆਨਸਰ ਹੈ ਆਪਸ਼ਨ ਸੀ 2, 3 ਐਂਡ 4। ਨੈਕਸਟ ਇਜ਼ ਇੰਟਰਨੈਸ਼ਨਲ ਚਿਲਡਰਨਸ ਪੀਸ ਪ੍ਰਾਈਜ਼। ਇਹ ਦਿੱਤਾ ਜਾਂਦਾ ਹੈ ਕਿਡਸ ਰਾਈਟ ਫਾਊਂਡੇਸ਼ਨ ਦੇ ਦੁਆਰਾ ਜੋ ਨੀਦਰਲੈਂਡ ਬੇਸਡ ਹੈ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਇਹਦੇ ਵੀ ਜੋ ਲੇਟੈਸਟ ਵਿਨਰ ਨੇ ਉਹਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼। ਇਹ ਐਮੀਨੈਂਟ ਰਾਈਟਿੰਗ ਸਕਿੱਲ ਲਈ ਦਿੱਤਾ ਜਾਂਦਾ ਹੈ। ਪ੍ਰਿਟਜ਼ਰ ਅਵਾਰਡ ਫੀਲਡ ਆਫ ਆਰਕੀਟੈਕਚਰ, ਦੈਨ ਏਬਲ ਪ੍ਰਾਈਜ਼ ਮੈਥ। ਏਬਲ ਪ੍ਰਾਈਜ਼ ਬਾਰੇ ਬਾਰ-ਬਾਰ ਰਿਪੀਟ ਹੁੰਦੇ ਨੇ ਕੁਐਸਚਨਸ, ਸੋ ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਇਹ ਚਾਰੋਂ ਬਿਲਕੁਲ ਸਹੀ ਸਟੇਟਮੈਂਟ ਨੇ। ਰਾਈਟ ਆਨਸਰ ਹੈ ਆਲ ਆਫ ਦੀ ਅਬਵ। ਨੈਕਸਟ ਇਜ਼ ਨੋਬਲ ਪ੍ਰਾਈਜ਼ ਦੀ ਜਿਹੜੀ ਸੈਰੇਮਨੀ ਹੁੰਦੀ ਹੈ ਜਿਹਦੇ ਵਿੱਚ ਅਵਾਰਡਸ ਦਿੱਤੇ ਜਾਂਦੇ ਨੇ ਉਹ ਹਰ ਸਾਲ 10 ਦਸੰਬਰ ਨੂੰ ਹੁੰਦੀ ਹੈ। ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਨੈਕਸਟ ਹੈ ਨੋਬਲ ਪ੍ਰਾਈਜ਼ ਜਿਹੜਾ ਲਿਟਰੇਚਰ ਦਾ ਹੈ ਉਹ ਬਾਅਦ ਵਿੱਚੋਂ ਐਡ ਕੀਤਾ ਗਿਆ, ਸਟਾਰਟਿੰਗ ਵਿੱਚ ਸਿਰਫ 5 ਏਰੀਆ ਸੀ। ਇਹ ਸਟੇਟਮੈਂਟ ਬਿਲਕੁਲ ਗਲਤ ਹੈ। ਸੋ ਰਾਈਟ ਆਨਸਰ ਹੈ ਆਪਸ਼ਨ ਏ 1 ਓਨਲੀ। 44th question ਬਾਫਟਾ ਅਵਾਰਡਸ ਬਾਰੇ। ਬਾਫਟਾ ਅਵਾਰਡ it is the British counterpart of Academy Award Oscar। ਸੋ ਜਿਹੜੇ ਆਸਕਰ ਦੇ ਅਵਾਰਡ ਹੁੰਦੇ ਨੇ ਅਕੈਡਮੀ ਅਵਾਰਡ ਉਹਦਾ ਹੀ ਬ੍ਰਿਟਿਸ਼ ਕਾਊਂਟਰਪਾਰਟ ਹੈ ਜਿਹੜਾ ਬਾਫਟਾ ਅਵਾਰਡ ਦਿੰਦਾ ਹੈ। ਪਹਿਲੀ ਵਾਰੀ 1939 ਵਿੱਚ ਦਿੱਤੇ ਗਏ। It honors the best national and foreign film। ਸੋ ਇਹਦੇ ਵਿੱਚੋਂ ਪਹਿਲੀ ਤੇ ਤੀਜੀ ਸਟੇਟਮੈਂਟ ਸਹੀ ਹੈ, ਦੂਜੀ ਸਟੇਟਮੈਂਟ ਗਲਤ ਹੈ ਤੇ ਰਾਈਟ ਆਨਸਰ ਹੈ ਆਪਸ਼ਨ ਸੀ 1 ਐਂਡ 3। ਸੋ ਸੈਕਿੰਡ ਸਟੇਟਮੈਂਟ ਦੇ ਵਿੱਚ ਆਪਾਂ ਰਾਈਟ ਈਅਰ ਦੇਖ ਲੈਂਦੇ ਹਾਂ, ਉਰੇ 1939 ਦੀ ਬਜਾਏ ਰਾਈਟ ਈਅਰ ਹੈ 1949। Next, Nobel Prize. Any of the prizes 5 in number until 1969 when a sixth was added that was awarded annually from a fund bequeathed for that purpose by Swedish inventor and industrialist Alfred Bernhard Nobel। So Nobel Prize ਜਿਹੜੇ ਇਹ ਪ੍ਰਾਈਜ਼ ਦੇ ਅਵਾਰਡਸ ਨੇ ਇੱਕ ਫੰਡ ਤੋਂ ਦਿੱਤੇ ਜਾਂਦੇ ਨੇ, ਜਿਹੜੇ ਇਹਨਾਂ ਦੀ ਪ੍ਰਾਈਜ਼ ਮਨੀ ਹੈ ਅਵਾਰਡਸ ਨੇ ਜਿਹੜਾ ਫੰਡ ਸਟਾਰਟ ਕੀਤਾ ਸੀ for that purpose by Swedish inventor ਜਿਨ੍ਹਾਂ ਦਾ ਨਾਮ ਹੈ ਐਲਫਰੈਡ ਨੋਬਲ। ਸਟਾਰਟਿੰਗ ਵਿੱਚ 5 ਪ੍ਰਾਈਜ਼ 5 ਕੈਟੇਗਰੀਜ਼ ਦਿੱਤੇ ਜਾਂਦੇ ਸੀ 1969 ਤੱਕ। ਸੋ ਇਹ ਵੀ ਤੁਹਾਨੂੰ ਈਅਰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਾਲ ਤੋਂ ਬਾਅਦ ਇੱਕ 6ਵੀਂ ਕੈਟੇਗਰੀ ਐਡ ਕੀਤੀ ਗਈ। ਸੋ ਪਹਿਲੀ ਸਟੇਟਮੈਂਟ ਐਬਸੋਲੂਟਲੀ ਰਾਈਟ ਹੈ। ਦੂਜੀ, ਪਹਿਲੀ ਵਾਰੀ ਜਿਹੜੇ ਅਵਾਰਡ ਸੀ ਨੋਬਲ ਪ੍ਰਾਈਜ਼ ਉਹ ਦਿੱਤੇ ਗਏ ਸੀ ਐਲਫਰੈਡ ਨੋਬਲ ਦੀ 5ਵੀਂ ਡੈਥ ਐਨੀਵਰਸਰੀ ਤੇ ਜਿਹਦੀ ਡੇਟ ਹੈ 10 ਦਸੰਬਰ 1901। ਸੋ ਇਹ ਦੋਨੋਂ ਸਟੇਟਮੈਂਟ ਸਹੀ ਨੇ। ਰਾਈਟ ਆਨਸਰ ਆਪਸ਼ਨ ਸੀ both 1 and 2। ਕੰਸੀਡਰ the following statement। ਪੁਲਿਟਜ਼ਰ ਪ੍ਰਾਈਜ਼ 1917 ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ by provision in the will of American Hungarian born ਪਬਲਿਸ਼ਰ ਜੋਸਫ ਪੁਲਿਟਜ਼ਰ ਤੇ ਇਹਨੂੰ ਐਡਮਿਨਿਸਟਰ ਕਰਦੀ ਹੈ ਪੂਰੀ ਜਿਹੜੀ ਚਲਾਉਂਦੀ ਹੈ ਕੋਲੰਬੀਆ ਯੂਨੀਵਰਸਿਟੀ ਜੋ ਨਿਊਯਾਰਕ ਸਿਟੀ ਵਿੱਚ ਹੈ। In 20 of the categories ਜਿਹੜਾ ਹਰ ਜੇਤੂ ਹੈ ਇਸ ਪ੍ਰਾਈਜ਼ ਦਾ ਵਿਨਰ ਹੈ ਉਹਨੂੰ ਇੱਕ ਸਰਟੀਫਿਕੇਟ ਮਿਲਦਾ ਨਾਲ $10,000 ਕੈਸ਼ ਅਵਾਰਡ। ਇਹ ਦੋਨੋਂ ਸਟੇਟਮੈਂਟ ਐਬਸੋਲੂਟਲੀ ਰਾਈਟ ਫੈਕਟਸ ਨੇ। ਆਪਸ਼ਨ ਸੀ ਇਜ਼ ਦ ਰਾਈਟ ਆਨਸਰ। Golden Peacock Award have given boost to industry worldwide। ਬਿਲਕੁਲ ਸਹੀ ਹੈ, ਇਹਦੇ ਨਾਲ ਅਲੱਗ-ਅਲੱਗ ਇੰਡਸਟਰੀਜ਼ ਨੂੰ ਬਹੁਤ ਫਾਇਦਾ ਹੋਇਆ। Award winners cannot use Golden Peacock Award logo on all promotional literature। ਸੋ ਇਹ ਬਿਲਕੁਲ ਗਲਤ ਹੈ, ਇਸ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਜਿਹੜੇ ਜੇਤੂ ਨੇ ਇਸ ਅਵਾਰਡ ਦੇ ਉਹ ਇਹ ਅਵਾਰਡ ਦਾ ਲੋਗੋ ਆਪਣੇ ਕਿਸੇ ਵੀ ਪ੍ਰਮੋਸ਼ਨਲ ਲਿਟਰੇਚਰ ਉੱਤੇ ਨਹੀਂ ਵਰਤ ਸਕਦੇ। ਸੋ ਰਾਈਟ ਆਨਸਰ ਹੈ 1 ਓਨਲੀ। ਮੈਂਥਨ ਅਵਾਰਡ ਵੈਰੀ ਇੰਪੋਰਟੈਂਟ, ਲਾਂਚ ਕੀਤਾ ਗਿਆ ਸੀ ਸਾਲ 2004 10 ਅਕਤੂਬਰ ਨੂੰ by Digital Empowerment Foundation। Its area of operation now are all of South Asia and Asia Pacific country। So this is absolutely right statement। So both are correct and right answer is option C both 1 and 2। FIFI Awards a annual event है जिन्होंने sponsor कर दिया है Fragrance Foundation which honor the fragrance industry creative achievement most prominent and prestigious celebratory event। ਜਿਹੜੇ ਅਵਾਰਡ ਨੇ ਇਹ ਹਰ ਸਾਲ 1973 ਤੋਂ ਸ਼ੁਰੂ ਹੋ ਕੇ ਨਿਊਯਾਰਕ ਸਿਟੀ ਵਿੱਚ ਐਨੂਅਲੀ ਕਰਵਾਏ ਜਾਂਦੇ ਨੇ। ਸੋ ਸਾਲਾਨਾ ਅਵਾਰਡ ਹੁੰਦੇ ਨੇ। ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ।
दोनों स्टेटमेंट बिल्कुल सही है। मैन बुकर इंटरनेशनल प्राइज एक इंटरनेशनल लेवल ਦਾ ਲਿਟਰੇਰੀ ਅਵਾਰਡ ਹੈ ਜਿਹੜਾ ਦਿੱਤਾ ਜਾਂਦਾ ਹੈ 2 ਸਾਲ ਬਾਅਦ ਇੱਕ ਲਿਵਿੰਗ ਆਥਰ ਨੂੰ, ਜੋ ਜ਼ਿੰਦਾ ਆਥਰ ਹੈ, ਪੋਸਥੂਮਸਲੀ ਨਹੀਂ ਦਿੱਤਾ ਜਾਂਦਾ, ਕਿਸੇ ਵੀ ਨੈਸ਼ਨੈਲਿਟੀ ਦੇ ਹੋ ਸਕਦੇ ਨੇ, ਜਿਹੜਾ ਉਹਨਾਂ ਦਾ ਕੰਮ ਹੈ ਉਹ ਇੰਗਲਿਸ਼ ਵਿੱਚ ਪਬਲਿਸ਼ ਹੋਵੇ ਜਾਂ ਆਮ ਤੌਰ ਤੇ ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਅਵੇਲੇਬਲ ਹੋਵੇ। Inaugural award was Albanian writer Ismail Kadri। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਐਗਜ਼ਾਮ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਨੋਬਲ ਪੀਸ ਪ੍ਰਾਈਜ਼ ਹਰ ਸਾਲ ਔਸਲੋ ਵਿੱਚ ਦਿੱਤੇ ਜਾਂਦੇ ਨੇ। ਨਾਰਵੇ ਦੇ ਕਿੰਗ ਦੇ ਦੁਆਰਾ ਨੋਬਲ ਲੌਰੀਏਟ ਰਿਸੀਵ 3 ਥਿੰਗਸ। ਸੋ ਇੱਕ ਤਾਂ ਡਿਪਲੋਮਾ ਮਿਲਦਾ, ਇੱਕ ਮੈਡਲ ਤੇ ਨਾਲ ਇੱਕ ਡਾਕੂਮੈਂਟ ਜਿਹਦੇ ਅੰਦਰ ਪ੍ਰਾਈਜ਼ ਅਮਾਉਂਟ ਕਨਫਰਮ ਕੀਤੀ ਜਾਂਦੀ ਹੈ। ਸੋ ਇਹ ਦੋਨੋਂ ਸਟੇਟਮੈਂਟ ਸਹੀ ਨੇ। ਲਾਸਟ ਕੁਐਸਚਨ ਆਪਣੇ ਇੰਪੋਰਟੈਂਟ ਸੀਰੀਜ਼ ਦਾ ਔਨ ਇੰਟਰਨੈਸ਼ਨਲ ਅਵਾਰਡ। ਨੋਬਲ ਪ੍ਰਾਈਜ਼ ਅਵਾਰਡ ਇਨ ਇਕਨੋਮਿਕਸ ਹੈਜ਼ ਬੀਨ ਅਵਾਰਡਡ। ਸੋ ਪਹਿਲਾਂ ਜਦੋਂ ਇਹ ਸਟਾਰਟ ਕੀਤੇ ਗਏ ਅਵਾਰਡ ਦੇਣੇ ਉਦੋਂ ਸਿਰਫ 5 ਕੈਟੇਗਰੀ ਸੀ। ਇੱਕ ਜਿਹੜੀ 6ਵੀਂ ਕੈਟੇਗਰੀ ਐਡ ਕੀਤੀ ਗਈ ਉਹ ਸਾਲ 1969 ਚ ਐਡ ਕੀਤੀ ਗਈ, ਉਹ ਸੀ ਇਕਨੋਮਿਕਸ। ਉਸ ਤੋਂ ਪਹਿਲਾਂ ਇਕਨੋਮਿਕਸ ਲਈ ਨਹੀਂ ਮਿਲਦਾ ਸੀ। ਸੋ ਇਹ ਬਿਲਕੁਲ ਸਹੀ ਹੈ। ਅਰਜੁਨ ਅਵਾਰਡ ਸਟਾਰਟ ਕੀਤੇ ਗਏ 1965 ਤੋਂ, ਇਹ ਸਟੇਟਮੈਂਟ ਗਲਤ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ 1 ਓਨਲੀ। ਸੋ ਜਿਹੜੇ ਅਰਜੁਨਾ ਅਵਾਰਡ ਨੇ ਪਹਿਲੀ ਵਾਰੀ ਦਿੱਤੇ ਗਏ ਸੀ 1961 ਵਿੱਚ। So 1961 is the right answer. So this was all about our today's lecture. I hope you liked the video. Please do prepare all these questions well ਕਿਉਂਕਿ ਜਿਹੜਾ recently ਇੱਕ PPSC ਨੇ exam conduct ਕੀਤਾ ਹੈ ਉਹਦੇ ਵਿੱਚ 2 ਤੋਂ 3 ਕੁਐਸਚਨ ਇਸੇ ਤਰ੍ਹਾਂ ਦੇ ਨਾਲ same as it is ਸਟੇਟਮੈਂਟ ਬੇਸਡ ਪੁੱਛੇ ਗਏ ਨੇ। ਇਹਨਾਂ ਦੇ ਨਾਲ ਤੁਸੀਂ ਜੋ ਕਰੰਟ ਫੈਕਟਸ ਨੇ ਇਹ ਅਲੱਗ-ਅਲੱਗ ਅਵਾਰਡਸ ਨੂੰ ਲੈ ਕੇ ਉਹ ਐਡ ਕਰਨੇ ਆ। ਬਾਕੀ ਇਹਨਾਂ ਨੂੰ ਰਿਵਾਈਜ਼ ਕਰੋ, ਜਿੰਨੇ ਵੀ ਮੇਰੇ ਕਰੰਟ ਅਫੇਅਰ ਦੇ ਸੈਸ਼ਨ ਨੇ ਉਹਨਾਂ ਨੂੰ ਰਿਵਾਈਜ਼ ਕਰੋ ਕਿਉਂਕਿ ਜਿਹੜੇ ਸਟੂਡੈਂਟਸ ਨਾਇਬ ਤਹਿਸੀਲਦਾਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਆਈ ਵੁੱਡ ਸੁਜੈਸਟ ਕਿ ਉਹ ਜਿੰਨਾ ਜ਼ਿਆਦਾ ਹੋ ਸਕੇ ਕਰੰਟ ਅਫੇਅਰ ਉੱਤੇ ਫੋਕਸ ਕਰਨ। ਥੈਂਕ ਯੂ ਐਂਡ ਗੁੱਡ ਲੱਕ।